ਪਹਿਲਾਂ ਉਹ ਗਾਣਾ ਲਿਖਦਾ ਨਹੀਂ ਸੀ। 2016 ਤੱਕ ਉਹਦੀ ਡਿਗਰੀ ਕੰਪਲੀਟ ਹੋਈ ਹੈ। ਤਾਂ ਇੱਕ ਗਾਣੇ ਪਿੱਛੇ ਮੇਰਾ ਖਿਆਲ ਉਹਨੇ ਮੈਨੂੰ ਮਿੰਨਤਾਂ ਮੇਰੀਆਂ ਕਰ ਲਈਆਂ, ਪਾਪਾ ਮੈਨੂੰ ਇੱਕ ਗਾਣਾ ਮੈਂ ਲੈਣਾ, ਤੇ ਮੈਂ ਚੱਲ ਜੂੰਗਾ ਕਿ ਮੈਂ ਖੈਰ ਹਾਲੇ ਡਿਗਰੀ ਪੂਰੀ ਨਹੀਂ ਹੋਈ, ਸਮੈਸਟਰ ਦੀ ਫੀਸ ਤਾਂ ਬੜੀ ਮੁਸ਼ਕਲ ਨਾਲ ਹਿਸਾਬ ਚ ਆਉਂਦੀ ਹੈ, ਤੇ ਤੂੰ 5-7 ਲੱਖ ਰੁਪਇਆ ਲਾ ਕੇ, ਇਹ ਤਾਂ ਬਾਹਲਾ ਵੱਡਾ ਜੂਆ ਹੈ ਵੀ ਗਾਣਾ ਕੀ ਪਤਾ ਚੱਲੇ ਕਿ ਨਾ ਚੱਲੇ। ਵੀ ਜਿਹੜੀ ਮੈਂ ਉਹਦੀ ਸਪੋਰਟ ਨਹੀਂ ਕੀਤੀ ਇਸ ਮਾਮਲੇ ਦੇ ਵਿੱਚ ਵੀ ਤੂੰ ਮੈਂ ਤੈਨੂੰ ਗਾਣਾ ਲੈ ਕੇ ਦੇਣਾ, ਤੂੰ ਗਾ ਲਾ ਜੀ। ਫਿਰ ਇਹਨੇ ਕੀ ਕੀਤਾ ਵੀ ਹੌਲੀ ਹੌਲੀ ਲਿਟਰੇਚਰ ਥੋੜਾ ਬਹੁਤਾ ਬਾਬਾ ਬੁੱਲੇ ਸ਼ਾਹ ਦਾ ਲਾਇਬ੍ਰੇਰੀ ਨਾੜੀ ਪਾਈ ਨੇ ਉੱਥੇ ਕਾਲਜ ਦੇ ਵਿੱਚ ਪੜ੍ਹਨਾ ਸ਼ੁਰੂ ਕੀਤਾ। ਫਿਰ ਹਲਕੇ ਹਲਕੇ ਗਾਣੇ ਲਿਖਣ ਲੱਗ ਗਿਆ ਛੋਟੇ ਛੋਟੇ, ਵੀ ਜਦੋਂ ਜੇਬ ਦਾ ਖਰਚਾ ਪਾਣੀ ਮੁੱਕਣਾ ਉਦੋਂ 5-7 ਹਜ਼ਾਰ ਦਾ ਗਾਣਾ ਕੱਢ ਦੇਣਾ। ਉਹ ਜਿਹੜੇ ਮੁੰਡੇ ਲੋਕਲ ਪ੍ਰੈਕਟਿਸ ਕਰਦੇ ਸੀ ਉਹ ਗਾਣਾ ਲੈ ਲੈਂਦੇ ਸੀ। ਫਿਰ ਜਦੋਂ ਇਹਨੇ ਨਿੰਜੇ ਨੂੰ ਗਾਣਾ ਦਿੱਤਾ ਆਰਟਿਸਟ ਨੂੰ ਲਾਇਸੈਂਸ, ਉਸ ਤੋਂ ਬਾਅਦ ਇਹਦਾ 5-7 ਹਜ਼ਾਰ ਦਾ ਗਾਣਾ 70,000 75,000 ਦਾ ਵਿਕਣ ਲੱਗ ਗਿਆ। ਉਸ ਤੋਂ ਉਧਰੋਂ ਵੀਜ਼ਾ ਵੀ ਆ ਗਿਆ ਕੈਨੇਡਾ ਦਾ, ਤੇ ਮੈਨੂੰ ਕਹਿੰਦਾ ਜੀ ਪਾਪਾ ਮੈਨੂੰ 6 ਮਹੀਨੇ ਹੋਰ ਟਾਈਮ ਦੇ ਦਿਓ, ਮੈਂ ਅਗਲੇ ਸੈਸ਼ਨ ਚ ਮਈ ਵਾਲੇ ਚ ਚਲਾ ਜਾਊਂਗਾ। ਮੈਂ ਖੈਰ ਮਾੜੀ ਗੱਲ ਹੈ, ਤੇਰੀ ਡਿਗਰੀ ਵੀ ਹੋਗੀ, ਤੂੰ ਕਾਹਨੂੰ ਲੇਟ ਕਰੀ ਜਾਂਦਾ। ਮੇਰਾ ਮਨਸ਼ਾ ਸੀ ਵੀ ਇਹ ਬਾਹਰ ਜਾ ਕੇ ਆਪਦਾ ਲਾਈਫ ਨੂੰ ਸੈੱਟ ਕਰੇ, ਮੇਰਾ ਆਪਣਾ ਸੁਪਨਾ ਸੀ। ਪਰ ਇਹ ਚਾਹੁੰਦਾ ਸੀ ਮੈਂ ਇੱਥੇ ਹੀ ਕੰਮ ਚਲਾਵਾਂ ਉਹਦਾ। ਮੈਂ ਫਿਰ ਇਹਨੂੰ ਸਮਝਾ ਕੇ ਜਾਣੀ ਫਿਰ ਹੌਲੀ ਹੌਲੀ ਬਾਹਰ ਭੇਜੀ।